महिमा साधु संग की सुनो मेरे मीता। मैल खोई कोट अग हरे निर्मल पहे चीता। कवन वडाई कह सकूं बेअंत गुणीता। कर कृपा मोहे नाम देहो नानक दर सरिता। सतनाम। धन वाहिगुरु साहिब जी। आसा साप कुंज छोड़ै विख नहीं छाड़ै। उदक माहे जैसे वग ध्यान मांडै। साप कुंज छोड़ै विख नहीं छाड़ै। उदक माहे जैसे वग ध्यान मांडै। काहे को कीजै ध्यान जपन जब ते सुध नाही मन अपना। रहाउ सिंगज भोजन जो नर जानै ऐसे ही ठग देव वखानै। नामे के स्वामी लाहे ले झगड़ा राम रसायन पियो रे दगरा। नामे के स्वामी लाहे ले झगड़ा राम रसायन पियो रे दगरा। वाहिगुरु जी का खालसा वाहिगुरु जी की फतेह। परम सन्मानयोग साहिब श्री गुरु ग्रंथ साहब महाराज जी दी पावन हजूरी विच सबाईमान होए बैठे सतसंगी जनों। सतगुरां ने अपार कृपा कीती। हुणे ही आप जी ने रबी बाणी दा कीर्तन संगतां पासों बड़े प्रेम नाल सरवण कीता है। आओ अगलेरे समय लई गुरु महाराज जी की अपार बख्शिश सदका भगतां दी अमृत बाणी नूं विचारन दा सुभाग समा प्राप्त होया है। अज दे विचार अधीन पावन शबद दा पाठ संगतां ने मंगलाचरण रूप दे विच सरवण कीता है। आओ इस शबद दी विचार करांगे। पावन शबद आसा राग दे विच
ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਅੰਕ 485 ਦੇ ਉੱਤੇ ਸਵਾਇਮਾਨ ਹੈ। ਇਸ ਸ਼ਬਦ ਦੇ ਰਾਹੀਂ ਭਗਤ ਜੀ ਨੇ ਮਨੁੱਖ ਨੂੰ ਧਾਰਮਿਕ ਪਾਖੰਡ ਦੇ ਜੋ ਕਰਮ ਜਾਂ ਜੋ ਵਿਖਾਵੇ ਦੇ ਕਰਮ ਮਨੁੱਖ ਕਰਦਾ ਹੈ ਉਹਨਾਂ ਤੋਂ ਵਰਜ ਕੇ ਜੀਵਨ ਨੂੰ ਬੰਦਗੀ ਕਰਨ ਵਾਸਤੇ ਪ੍ਰੇਰਨਾ ਕੀਤੀ ਹੈ। ਆਓ ਇਸ ਸ਼ਬਦ ਦੇ ਵਿਚਾਰ ਨਾਲ ਜੁੜਾਂਗੇ। ਮਨੋਬਿਰਤੀਆਂ ਇਕਾਗਰ ਕਰੋ ਸਾਰੇ ਹੀ। ਸਤਿਗੁਰ ਦੇ ਚਰਨਾਂ 'ਚ ਝੁਕਾਓ ਸੀਸ। ਗੁਰੂ ਮੰਤਰ ਦੀ ਸਾਧਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ। ਸਤਿਨਾਮ ਸ੍ਰੀ ਵਾਹਿਗੁਰੂ। ਭਗਤ ਜੀ ਆਖ ਰਹੇ ਨੇ ਕਾਹੇ ਕੋ ਕੀਜੈ ਧਿਆਨ ਜਪਨਾ ਜਬ ਤੇ ਸੁਧ ਨਾਹੀ ਮਨ ਆਪਣਾ ਰਹਾਓ। ਇਸ ਸ਼ਬਦ ਦੇ ਰਾਹੀਂ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਭਗਤ ਜੀ ਕਿ ਹੇ ਭਾਈ, ਜਦੋਂ ਤੱਕ ਅੰਦਰੋਂ ਆਪਣਾ ਮਨ ਪਵਿੱਤਰ ਨਹੀਂ, ਸਾਫ਼ ਨਹੀਂ, ਨਿਰਮਲ ਨਹੀਂ, ਤਦ ਤੱਕ ਸਮਾਧੀ ਲਾਉਣ ਜਾਂ ਜਾਪ ਕਰਨ ਦਾ ਕੀ ਲਾਭ ਹੈ। ਉਹ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਸਾਰੀਆਂ ਕਿਰਿਆਵਾਂ ਤਾਂ ਹੀ ਲਾਭਵੰਦ ਹਨ ਜਦੋਂ ਆਪਾਂ ਮਨ ਨੂੰ ਪਵਿੱਤਰ ਕਰਕੇ ਉਹਦੀ ਯਾਦ ਵਿੱਚ ਜੁੜੀਏ। ਆਓ ਕਿ ਜੇ ਮਨ ਦੇ ਅੰਦਰ ਮੈਲ ਹੈ, ਮਨ ਅਪਵਿੱਤਰ ਹੈ, ਤਾਂ ਤੇਰਾ ਕੀਤਾ ਹੋਇਆ ਜਿਹੜਾ ਧਰਮ ਕਰਮ ਹੈ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ। ਇਸ ਤਰ੍ਹਾਂ ਸਤਿਗੁਰ ਦੇ ਬਚਨ ਨੇ ਮਨ ਮੈਲੈ ਸਭ ਕਿਛ ਮੈਲਾ ਮਨ ਧੋਤੈ ਤਨ ਹੱਛਾ ਨਾ ਹੋਏ। ਗੁਰੂ ਮਹਾਰਾਜ ਕਹਿੰਦੇ ਜੇ ਤੇਰਾ ਮਨ ਮੈਲਾ ਹੈ ਤੇ ਤੇਰੇ ਜਿਹੜੇ ਧਰਮ ਕਰਮ ਨੇ, ਸਮਾਧੀ ਹੈ, ਸਾਧਨਾ ਹੈ, ਇਹ ਸਾਰੀਆਂ ਚੀਜ਼ਾਂ ਮੈਲੀਆਂ ਹਨ। ਤਨ ਧੋਤਾ ਜੇ ਤੂੰ ਬਾਹਰੋਂ ਤਨ ਨੂੰ ਸਾਫ਼ ਕਰ ਲੈਣਾ, ਮਨ ਹੱਛਾ ਨਾ ਹੋਏ। ਮਨ ਹੱਛਾ ਦਾ ਅਰਥ ਹੁੰਦਾ ਨਿਰਮਲ, ਪਵਿੱਤਰ, ਸਾਫ਼। ਕਹਿੰਦੇ ਤੇਰਾ ਮਨ ਕੇਵਲ ਸਰੀਰ ਦਾ ਇਸ਼ਨਾਨ ਕੀਤਿਆਂ ਸਾਫ਼ ਨਹੀਂ ਹੋਣਾ। ਇਸ ਕਰਕੇ ਗੁਰਬਾਣੀ ਇਹ ਗੱਲ ਆਖਦੀ ਹੈ ਤੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਹੈ ਅਤੇ ਪਵਿੱਤਰ ਮਨ ਦੇ ਨਾਲ ਉਸ ਰੱਬ ਨੂੰ ਧਿਆਉਣਾ ਹੈ। ਇਹ ਵੀ ਦਾਸ ਬੇਨਤੀ ਕਰੇਗਾ ਜਦੋਂ ਆਪਾਂ ਆਰੰਭਤਾ ਕਰਨੀ ਹੈ, ਸ਼ੁਰੂਆਤ ਦੇ ਵਿੱਚ ਮਨੁੱਖ ਦਾ ਮਨ ਪਵਿੱਤਰ ਨਹੀਂ ਹੁੰਦਾ। ਮਨ ਵਿੱਚ ਮੈਲ ਹੈ, ਕਪਟ ਹੈ, ਛਲ ਹੈ, ਬੁਰਾਈਆਂ ਨੇ। ਪਰ ਇਹ ਵੀ ਨਾ ਹੋਵੇ ਕਿ ਪੂਰੀ ਜ਼ਿੰਦਗੀ ਇੱਕ ਪਾਸੇ ਉਹ ਸਮਾਧੀ ਵੀ ਲਾਉਂਦਾ ਫਿਰੇ, ਜਾਪ ਵੀ ਕਰਦਾ ਫਿਰੇ, ਪਰ ਮਨ ਉਸ ਤਰ੍ਹਾਂ ਹੀ ਬਣਿਆ ਰਹੇ। ਫਿਰ ਉਸ ਸਮਾਧੀ ਦਾ, ਉਸ ਜਾਪ ਦਾ ਕੋਈ ਲਾਭ ਨਹੀਂ। ਉਸ ਨੂੰ ਭਗਤ ਕਬੀਰ ਸਾਹਿਬ ਜੀ ਇੱਦਾਂ ਆਖਦੇ ਨੇ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹ ਸੁਣ ਕੇ ਕੀ ਲਾਭ ਹੋਇਆ। ਇਸ ਦਾ ਅਰਥ ਸਪਸ਼ਟ ਹੈ ਕਿ ਅਸੀਂ ਜੋ ਵੀ ਕਰਨਾ ਹੈ ਉਹਦਾ ਸਾਨੂੰ ਲਾਭ ਹੋਣਾ ਚਾਹੀਦਾ ਹੈ, ਲਾਹਾ ਪ੍ਰਾਪਤ ਹੋਣਾ ਚਾਹੀਦਾ। ਜੇ ਅਸੀਂ ਸਮਾਧੀ ਲਾ ਕੇ ਬੈਠੇ ਹਾਂ, ਜੇ ਅਸੀਂ ਕਿਸੇ ਸ਼ਬਦ ਨੂੰ ਜਪ ਰਹੇ ਹਾਂ, ਪੜ੍ਹ ਰਹੇ ਹਾਂ, ਤਾਂ ਉਹਦਾ ਲਾਹਾ ਪ੍ਰਾਪਤ ਕਰਨਾ ਚਾਹੀਦਾ। ਇਸ ਕਰਕੇ ਦਾਸ ਕਈ ਵਾਰੀ ਬੇਨਤੀ ਕਰਦਾ, ਜਿਹੜਾ ਸਮਾਂ ਤੁਸੀਂ ਸ਼ੁਭ ਕਰਮਾਂ ਵਾਸਤੇ ਕੱਢਦੇ ਹੋ, ਯਤਨ ਕਰਨਾ ਚਾਹੀਦਾ ਸਮਾਂ ਭਾਵੇਂ ਘੱਟ ਆਪਾਂ ਇਸ ਪਾਸੇ ਲਾਈਏ, ਤਾਂ ਵੀ ਜਿਤਨਾ ਸਮਾਂ ਵੀ ਲਾਈਏ ਪੂਰਨ ਧਿਆਨ ਜੋੜ ਕੇ
ਮਨ ਦੇ ਕਪੜ ਛੱਡ ਕੇ ਇਕਾਗਰਚਿਤ ਹੋ ਕੇ ਰੱਬ ਨੂੰ ਧਿਆਉਣਾ ਚਾਹੀਦਾ ਹੈ। ਤੁਹਾਡਾ ਥੋੜ੍ਹੇ ਸਮੇਂ ਦਾ ਕੀਤਾ ਹੋਇਆ ਕਰਮ ਵੀ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਸਕਦਾ ਹੈ, ਕਿਉਂਕਿ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਏਕ ਘਰੀ ਆਧੀ ਘਰੀ ਆਧੀ ਹੁਣ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਜੇ ਤੂੰ ਗੋਸ਼ਟੀ ਕਰੇਂਗਾ, ਵਿਚਾਰ ਚਰਚਾ ਕਰੇਂਗਾ ਤੇ ਇਸ ਦਾ ਲਾਭ ਤੈਨੂੰ ਜ਼ਰੂਰ ਪ੍ਰਾਪਤ ਹੋਵੇਗਾ। ਇਸ ਕਰਕੇ ਅੱਜ ਦੇ ਸ਼ਬਦ ਵਿੱਚ ਗੱਲ ਇਹ ਆਖੀ ਗਈ ਹੈ ਕਿ ਜਦੋਂ ਤੱਕ ਆਪਣਾ ਮਨ ਤੇਰਾ ਪਵਿੱਤਰ ਨਹੀਂ ਹੈ, ਤਦ ਤੱਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੋਈ ਲਾਭ ਨਹੀਂ ਹੈ। ਇਹਦਾ ਅਰਥ ਹੈ ਕਿ ਜਾਪ ਕਰਨਾ ਜਾਂ ਸਮਾਧੀ ਲਾਣੀ, ਇਕਾਗਰ ਹੋ ਕੇ ਬਹਿਣਾ, ਤੇਰਾ ਮਨ ਪਵਿੱਤਰ ਹੋਣਾ ਚਾਹੀਦਾ। ਤੇਰੇ ਜੀਵਨ 'ਚੋਂ ਕਪਟ ਦੂਰ ਹੋਣੇ ਚਾਹੀਦੇ ਨੇ, ਤੇਰੀਆਂ ਬੁਰਾਈਆਂ ਜੀਵਨ 'ਚੋਂ ਸਮਾਪਤ ਹੋਣੀਆਂ ਚਾਹੀਦੀਆਂ। ਜੇ ਮੈਂ ਪੂਰੀ ਜ਼ਿੰਦਗੀ ਜਾਪ ਕਰ ਰਿਹਾ, ਤਪ ਕਰ ਰਿਹਾ, ਹੋਰ ਸਾਧਨਾਵਾਂ ਸਾਧ ਰਿਹਾ, ਪਰ ਪੂਰੀ ਜ਼ਿੰਦਗੀ ਉਸ ਛਲ ਕਪਟ ਵਿੱਚ ਹੀ ਜੀ ਰਿਹਾ ਹਾਂ, ਤਾਂ ਗੁਰਬਾਣੀ ਕਹਿੰਦੀ ਦੱਸ ਪੂਰੀ ਜ਼ਿੰਦਗੀ ਫਿਰ ਇਹ ਜੋ ਕੁਛ ਕੀਤਾ ਸਭ ਪਾਖੰਡੀ ਸੀ, ਕਰਮ ਕਾਂਡ ਸੀ, ਸਾਰਾ ਕੁਛ ਵਿਅਰਥ ਹੀ ਚਲਾ ਗਿਆ। ਅਸੀਂ ਆਪਣੇ ਉਸ ਸਮੇਂ ਨੂੰ ਸਕਾਰਤ ਕਰਨਾ ਹੈ, ਸਫਲਾ ਕਰਨਾ ਹੈ, ਔਰ ਉਸ ਦਾ ਜੋ ਫਲ ਹੈ, ਜਦੋਂ ਬੰਦਗੀ ਦੀ ਗੱਲ ਕਰੀਏ, ਨਾਮ ਜਪਣ ਦੀ ਗੱਲ ਕਰੀਏ, ਸ਼ਬਦ ਅਭਿਆਸ ਦੀ ਗੱਲ ਕਰੀਏ, ਤੇ ਉਸ ਦਾ ਫਲ ਹੈ ਪਵਿੱਤਰ ਮਨ, ਮਨ ਦਾ ਸਾਫ਼ ਹੋ ਜਾਣਾ, ਮਨ ਦੀ ਸੁਚਮਤਾ। ਔਰ ਜੇ ਐਸਾ ਨਹੀਂ ਹੈ ਤੇ ਭਗਤ ਨਾਮਦੇਵ ਜੀ ਸਾਹਬ ਕਹਿ ਰਹੇ ਨੇ, ਫਿਰ ਤੇਰੇ ਜਾਪ ਦਾ, ਤੇਰੀ ਸਮਾਧੀ ਲਾਉਣ ਦਾ ਕੋਈ ਲਾਭ ਨਹੀਂ। ਫਿਰ ਤਾਂ ਇਸ ਤਰ੍ਹਾਂ ਹੀ ਹੈ, ਕਹਿਣ ਲੱਗੇ ਸਾਪ ਕੁੰਚ ਛੋੜੈ ਵਿਖ ਨਹੀਂ ਛਾੜੈ। ਉਦਾਹਰਨ ਦੇ ਦਿੱਤੀ, ਬੜੀ ਪਿਆਰੀ ਉਦਾਹਰਨ ਹੈ। ਜਿਹੜਾ ਸੱਪ ਹੁੰਦਾ ਹੈ ਨਾ, ਉਹ ਪਰਲੀ ਜਿਹੜੀ ਪਤਲੀ ਖਲੜੀ ਹੁੰਦੀ ਨਾ, ਜਿਹਨੂੰ ਕਿ ਕੁੰਜ ਕਹਿੰਦੇ ਹਾਂ, ਕਈ ਇਲਾਕਿਆਂ ਦੇ ਵਿੱਚ ਉਹਨੂੰ ਕਾਂਚਲੀ ਵੀ ਕਹਿੰਦੇ ਨੇ। ਜੋ ਸੱਪ ਦੇ ਉੱਪਰ ਪਤਲੀ ਖਲੜੀ ਹੁੰਦੀ ਹੈ, ਉਹ ਜਦੋਂ ਸੱਪ ਉਹਨੂੰ ਛੱਡ ਕੇ ਚਲਾ ਜਾਂਦਾ ਹੈ ਤੇ ਪਿੱਛੇ ਵਾਈਟ ਜਿਹੇ ਰੰਗ ਦੀ ਇੱਕ ਖਲੜੀ ਰਹਿ ਜਾਂਦੀ ਹੈ, ਉਹਨੂੰ ਆਪਾਂ ਕੁੰਜ ਕਹਿੰਦੇ ਹਾਂ ਪੰਜਾਬੀ ਦੇ ਅੰਦਰ, ਕਾਂਚਲੀ ਕਹਿੰਦੇ ਹਿੰਦੀ ਦੇ ਅੰਦਰ। ਜਿਹੜੇ ਹਿੰਦੀ ਬੋਲਣ ਵਾਲੇ ਲੋਕ ਨੇ ਤਕਰੀਬਨ ਉਹਨੂੰ ਕਾਂਚਲੀ ਦੇ ਨਾਂ ਨਾਲ ਜਾਣਦੇ ਹਨ, ਕਿਉਂਕਿ ਭਗਤ ਨਾਮਦੇਵ ਜੀ ਨੇ ਅੱਖਰ ਮਰਾਠੀ ਵਰਤੇ ਨੇ, ਇਸ ਕਰਕੇ ਕੁੰਜ ਮਰਾਠੀ ਵਿੱਚ ਇੱਥੇ ਉਹਨੂੰ ਕਹਿੰਦੇ ਨੇ ਜੋ ਸੱਪ ਦੀ ਉੱਪਰਲੀ ਪਤਲੀ ਖਲੜੀ ਹੁੰਦੀ ਹੈ, ਜੋ ਉਹ ਲਾ ਦਿੰਦਾ, ਉਤਾਰ ਦਿੰਦਾ। ਉਹ ਤਾਂ ਉਸਨੇ ਉਤਾਰ ਦਿੱਤੀ, ਸੱਪ ਨੇ ਕੁੰਜ ਤਾਂ ਲਾ ਦਿੱਤੀ। ਵਿਖ ਨਹੀਂ ਛੱਡਦਾ, ਪਰ ਅੰਦਰੋਂ ਜ਼ਹਿਰ ਨਹੀਂ ਛੱਡਦਾ। ਕਈ ਵਾਰੀ ਬਾਹਰੋਂ ਬੰਦਾ ਸ਼ਰਾਰਤਾਂ ਛੱਡ ਦਿੰਦਾ ਹੈ, ਧਰਮੀ ਭੇਗ ਧਾਰਨ ਕਰ ਲੈਂਦਾ ਹੈ, ਬੜਾ ਚੰਗਾ ਲੱਗਣ ਲੱਗ ਪੈਂਦਾ ਹੈ, ਲੱਗਦਾ ਵੀ ਇਹ ਬੜਾ ਧਾਰਮਿਕ ਬਣ ਗਿਆ, ਪਰ ਅੰਦਰੋਂ ਆਪਣੇ ਜੀਵਨ ਵਿੱਚੋਂ ਵਿਕਾਰ, ਬੁਰਾਈਆਂ, ਔਗੁਣ, ਵਾਸਨਾਵਾਂ ਇਹ ਛੱਡਦਾ ਨਹੀਂ ਹੈ। ਅਤੇ ਭਗਤ ਜੀ ਕਹਿੰਦੇ ਤੇਰਾ ਜੀਵਨ ਇਸ ਤਰ੍ਹਾਂ ਦਾ ਹੀ ਹੈ ਜਿਵੇਂ ਸੱਪ ਨੇ ਕੁੰਜ 'ਤੇ ਲਾ ਦਿੱਤੀ, ਪਰ ਆਪਣਾ ਵਿਖ ਨਹੀਂ ਛੱਡਿਆ। ਕੱਲ੍ਹ ਬਾਹਰ ਦੇਖੋ, ਹੁਣ ਸੱਜਣ ਠੱਗ ਹੈ, ਬਾਹਰੋਂ ਲੋਕਾਂ ਦੀ ਨਜ਼ਰ ਵਿੱਚ ਧਾਰਮਿਕ ਹੈ, ਕਿਉਂਕਿ ਬਾਹਰ ਦੀ ਕਿਰਿਆ ਕੁਛ ਹੋਰ ਬਣ ਚੁੱਕੀ ਹੈ, ਲੋਕਾਂ ਨਾਲੋਂ ਥੋੜ੍ਹਾ ਅੱਡ ਹੋ ਗਿਆ। ਲੋਕਾਂ ਦੇ ਸਾਹਮਣੇ ਵੱਧ ਨਹੀਂ ਬੋਲਦਾ, ਝੂਠ ਨਹੀਂ ਬੋਲਦਾ, ਲੋਕਾਂ ਦੇ ਸਾਹਮਣੇ ਕੋਈ ਐਸੀ ਸ਼ਰਾਰਤ ਉਹਦੀ ਸਾਹਮਣੇ ਨਹੀਂ ਆਉਂਦੀ। ਲੋਕ ਉਸ ਦੇ ਇਸ ਕਰਮ ਤੋਂ ਪ੍ਰਭਾਵਿਤ ਹਨ। ਦੇਖੋ, ਲੋਕਾਂ ਦੀ ਸੇਵਾ ਕਰਦਾ ਹੈ, ਭੋਜਨ ਛਕਾਉਂਦਾ ਹੈ, ਰਾਤ ਨੂੰ ਸਰਾਏ ਦੇ ਵਿੱਚ ਜਿਹੜੀ ਸਰਾਂ ਬਣਾਈ ਸੀ ਉਹਦੇ ਵਿੱਚ ਰਹਿਣ ਵਾਸਤੇ ਦਿੰਦਾ, ਉਹਨਾਂ ਲੋਕਾਂ ਆਏ ਗਿਆਂ ਦੀ ਬੜੀ ਟਹਿਲ ਸੇਵਾ ਕਰਦਾ। ਬਾਹਰਲਾ ਰੂਪ ਧਾਰਮਿਕ ਬਣਾ ਲਿਆ, ਲੋਕ ਪ੍ਰਭਾਵਿਤ ਹੋਏ, ਪਰ ਜੀਵਨ ਵਿੱਚੋਂ ਜਿਹੜੀ ਸ਼ਰਾਰਤ ਸੀ, ਜਿਹੜਾ ਅੰਦਰ ਮਨ ਠੱਗੀ ਵਾਲੇ ਪਾਸੇ ਤੁਰਿਆ ਹੋਇਆ ਸੀ, ਜਿਹੜਾ ਕੋਈ ਅਮੀਰ ਆਉਂਦਾ ਸੀ ਉਹਦਾ ਸਭ ਕੁਝ ਖੋਹਣ ਵਾਸਤੇ ਉਹਨੂੰ ਮਾਰ ਕੇ ਖੂਹ 'ਚ ਸਿੱਟ ਦੇਣਾ ਅਤੇ ਬਾਅਦ ਦੇ ਵਿੱਚ ਸਭ ਕੁਝ ਖੋਹ ਲੈਣਾ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਹਦੇ ਜੀਵਨ ਕਿਰਦਾਰ ਨੂੰ ਉੱਥੇ ਜਾ ਕੇ ਬਿਆਨ ਕੀਤਾ।
ਮਹਾਰਾਜ ਕਹਿੰਦੇ तेरी हालत इदां दी है, ऊजल कैहां चिलकना, कोटिम कालड़ी मस, ਧੋਤਿਆਂ ਜੂਠ ਨਾ ਉਤਰੈ, ਜਿਸੋ ਧੋਵਾਂ ਤਿਸ। ਜਿਵੇਂ ਕਹਿਣ ਦਾ ਭਾਂਡਾ ਹੋਵੇ ਤੇ ਉਸ ਦੇ ਅੰਦਰ ਕੋਈ ਸਿਆਹੀ ਨੂੰ ਗੁੰਨ ਲਵੇ, ਤੇ ਜੇ ਉਸ ਸਿਆਹੀ ਨੂੰ ਅੰਦਰ ਗੁੰਨੀ ਹੋਵੇ ਤੇ ਬਾਹਰੋਂ ਕੋਈ ਉਸ ਕਹਿਣ ਦੇ ਭਾਂਡੇ ਨੂੰ 100 ਵਾਰੀ ਲਿਸਕਾਉਣ ਦਾ ਯਤਨ ਕਰੇ, ਪਰ ਬਾਹਰੋਂ ਧੋਤਿਆਂ ਅੰਦਰ ਜਿਹੜੀ ਕਾਲਖ ਲੱਗ ਗਈ ਹੈ, ਕਿਉਂਕਿ ਕਹਿਣ ਦਾ ਭਾਂਡਾ ਕਾਲਖ ਦਾ ਜਾਂ ਕਿਸੇ ਚੀਜ਼ ਦਾ ਅਸਰ ਬੜੀ ਛੇਤੀ ਕਬੂਲ ਕਰ ਲੈਂਦਾ ਹੈ। ਉਹ ਕਾਲਾ ਪੜ ਜਾਂਦਾ ਹੈ, ਆਪਣਾ ਰੂਪ ਚੇਂਜ ਕਰ ਲੈਂਦਾ ਹੈ, ਇੱਕ ਪਰਤ ਜਿਹੀ ਜੰਮ ਜਾਂਦੀ ਹੈ। ਪਰ ਉਸ ਨੂੰ ਜੇ ਸਾਫ਼ ਕਰਨਾ ਹੋਵੇ ਤੇ ਬਾਹਰੋਂ ਭਾਂਡੇ ਨੂੰ ਕੋਈ ਧੋਈ ਜਾਵੇ ਤੇ ਅੰਦਰੋਂ ਉਹ ਕਾਲਖ ਨਹੀਂ ਲੱਥ ਸਕਦੀ। ਉਜਲ ਕਹਿਹਾਂ ਚਿਲਕਣਾ, ਕੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜਿਸੋ ਧੋਵਾਂ ਤਿਸ। ਮਹਾਰਾਜ ਨੇ ਕਿਹਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ। ਸੱਜਣ ਉਹ ਨੇ ਜਿਹੜੇ ਨਾਲ ਤੁਰਦੇ ਨੇ, ਜਿੱਥੇ ਲੇਖਾ ਮੰਗਿਆ ਜਾਣਾ ਉੱਥੇ ਨਾਲ ਖੜਨ। ਪਰ ਤੇਰੇ ਕਰਮ ਉੱਥੇ ਤਾਂ ਗਵਾਹੀ ਨਹੀਂ ਦੇਣਗੇ ਜਿਹੜੇ ਕਰਮ ਤੂੰ ਕਰਦਾ ਪਿਆ। ਇਹ ਤਾਂ ਰੱਬ ਦੀ ਦਰਗਾਹ 'ਚ ਕਬੂਲ ਨਹੀਂ ਕਰਾਉਣਗੇ ਤੈਨੂੰ। ਜਿਹੜੇ ਕਰਮਾਂ 'ਚ ਤੂੰ ਲੱਗਿਆ ਹੋਇਆ ਹੈ, ਲੋਕਾਂ ਦੇ ਵਾਸਤੇ ਬੜਾ ਧਾਰਮਿਕ ਹੈ, ਕੋਈ ਸ਼ੱਕ ਨਹੀਂ। ਲੋਕ ਬੜੀ ਇੱਜ਼ਤ ਵੀ ਤੇਰੀ ਕਰਦੇ ਨੇ। ਲੋਕ ਕੋਈ ਆਇਆ ਗਿਆ ਹੁੰਦਾ ਤੇ ਤੇਰਾ ਐਡਰੈਸ ਦੱਸਦੇ ਨੇ ਵੀ ਉੱਥੇ ਚਲੇ ਜਾਓ, ਬਿਲਕੁਲ ਵਧੀਆ ਥਾਂ। ਪਰ ਤੇਰਾ ਆਪਣਾ ਕਿਰਦਾਰ, ਤੇਰਾ ਆਪਣਾ ਜੀਵਨ ਕੀ ਹੈ, ਤੂੰ ਸੱਜਣ ਨਹੀਂ ਹੈ। ਔਰ ਜਿਹੜੇ ਬਚਨਾਂ ਨਾਲ ਬਾਬਾ ਨਾਨਕ ਜੀ ਨੇ ਉਹਨਾਂ ਬਚਨਾਂ ਨਾਲ ਉਸ ਨੂੰ ਸਤਰਕ ਕੀਤਾ ਹੈ, ਉਹਦੇ ਅੰਦਰ ਦੇ ਜਿਹੜੇ ਭੇਦ ਸਨ ਉਹਨਾਂ ਨੂੰ ਖੋਲ੍ਹਿਆ। ਉਹ ਕਮਾਲ ਦੇ ਨੇ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਕੁੱਟ ਕੁੱਟ ਜੀਆਂ ਖਾਵਨੇ ਬੱਗੇ ਨਾ ਕਹੀਅਨ। ਦੇਖ ਆਪਣੀ ਹਾਲਤ ਅੰਦਰ, ਬੱਗਾ ਬੱਗੇ ਕੱਪੜੇ, ਕੋਈ ਬਗਲੇ ਵਰਗੇ ਚਿੱਟੇ ਕੱਪੜੇ ਪਾ ਲਵੇ। ਹੰਸ ਦੇ ਵੀ ਜਿਹੜੇ ਖੰਭ ਹੁੰਦੇ ਨੇ ਉਹ ਵੀ ਚਿੱਟੇ ਹੁੰਦੇ ਨੇ, ਬਗਲੇ ਦੇ ਵੀ ਚਿੱਟੇ ਹੁੰਦੇ। ਕੋਈ ਜਾ ਕੇ ਮਾਨਸਰੋਵਰ 'ਤੇ ਬਹਿ ਜਾਏ, ਪਰ ਕੋਈ ਬਗਲਾ ਕੀ ਹੰਸ ਹੋ ਸਕਦਾ ਹੈ। ਸੱਜਣ ਠੱਗ ਨੂੰ ਕਹਿ ਰਹੇ ਨੇ ਗੁਰੂ ਸਾਹਿਬ, ਔਰ ਉਹਨੂੰ ਅਨੁਭਵ ਹੋ ਰਿਹਾ ਵੀ ਜਿਹੜੀ ਗੱਲ ਕੀਤੀ ਜਾ ਰਹੀ ਇਹ ਮੇਰੇ ਜੀਵਨ ਵਾਸਤੇ, ਇਹ ਜੋ ਮੈਂ ਕਰ ਰਿਹਾ ਇਹ ਸੱਚੀ ਮੇਰੇ ਨਾਲ ਢੁਕਦੀਆਂ ਗੱਲਾਂ ਨੇ ਸਾਰੀਆਂ। ਅੰਦਰ ਕੰਮਾ ਛਿੜ ਰਿਹਾ ਹੈ, ਅੰਦਰ ਡਰ ਪੈਦਾ ਹੋ ਰਿਹਾ ਹੈ। ਇਹਨਾਂ ਨੂੰ ਕਿਵੇਂ ਪਤਾ ਮੇਰੇ ਕਰਮਾਂ ਦਾ? ਇਹਨਾਂ ਨੇ ਤਾਂ ਮੇਰੀ ਪੂਰੀ ਹਿਸਟੋਰੀ ਖੋਲ੍ਹ ਕੇ ਸਾਹਮਣੇ ਰੱਖ ਦਿੱਤੀ ਹੈ। ਇਸ ਸ਼ਬਦ ਨੂੰ ਧਿਆਨ ਨਾਲ ਕਦੀ ਪੜ੍ਹਨਾ। ਗੁਰੂ ਨਾਨਕ ਪਿਤਾ ਮਹਾਰਾਜ ਨੇ ਉਸਦੇ ਪੂਰਜ ਜੀਵਨ ਕਿਰਦਾਰ ਨੂੰ ਇਸ ਸ਼ਬਦ ਦੇ ਪਦਿਆਂ ਦੇ ਰਾਹੀਂ ਬਿਲਕੁਲ ਖੋਲ੍ਹ ਕੇ ਰੱਖ ਦਿੱਤਾ। ਅਤੇ ਜਦੋਂ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਵੀ ਤੀਰਥ ਦੇ ਉੱਤੇ ਵਸਦਾ ਹੈ, ਤੀਰਥ ਦੇ ਉੱਤੇ ਰਹਿੰਦਾ ਹੈ, ਤੀਰਥ 'ਤੇ ਜਾ ਕੇ ਵਸਦਾ ਹੈ। ਪਰ ਘੁੱਟ ਘੁੱਟ ਜੀਆਂ ਖਾਵਨੇ, ਜੇ ਉਹ ਹੋਵੇ ਮਾਨਸਰੋਵਰ 'ਤੇ ਬੈਠਾ ਬਗਲਾ, ਭਾਵ ਕਿ ਹੰਸ ਨਾ ਹੋਵੇ, ਅਤੇ ਬਗਲੇ ਦਾ ਕੰਮ ਤਾਂ ਜੀਆਂ ਨੂੰ ਖਾਣਾ ਹੀ ਹੈ ਨਾ। ਅਤੇ ਬੱਗੇ ਨਾ ਕਈਆਂ ਉਹਨਾਂ ਨੂੰ ਹੰਸ ਤਾਂ ਨਹੀਂ ਕਿਹਾ ਜਾ ਸਕਦਾ। ਤੈਨੂੰ ਵੀ ਪਵਿੱਤਰ ਕਿਵੇਂ ਕਿਹਾ ਜਾ ਸਕਦਾ? ਤੈਨੂੰ ਵੀ ਸੱਜਣ ਕਿਵੇਂ ਕਿਹਾ ਜਾ ਸਕਦਾ? ਕਦੀ ਆਪਣੇ ਅੰਦਰ ਝਾਤ ਮਾਰ ਕੇ ਵੇਖ ਵੀ ਤੂੰ ਸੱਜਣ ਹੈਗਾ? ਅੰਦਰ ਦੀ ਇਹ ਗੱਲ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ। ਸ਼ਬਦ ਪੂਰਾ ਹੋਇਆ, ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਪੈ ਗਏ। ਸੱਚੇ ਪਾਤਸ਼ਾਹ ਮੈਂ ਸੱਜਣ ਨਹੀਂ ਹਾਂ, ਮੈਂ ਠੱਗ ਹਾਂ। ਆਪਣੀ ਠੱਗੀ ਕਬੂਲ ਕਰ ਲਈ। ਮੈਂ ਬੇਨਤੀ ਕਰਾਂ, ਸੱਜਣ ਨੇ ਇੱਕ ਸ਼ਬਦ ਸੁਣਿਆ, ਵਾਕਈ ਸੱਜਣ ਬਣ ਗਿਆ, ਠੱਗੀ ਛੱਡ ਦਿੱਤੀ। ਅਸੀਂ ਸੈਂਕੜੇ ਸ਼ਬਦ ਸੁਣਦੇ ਹਾਂ ਪਰ ਅਸੀਂ ਸੱਜਣ ਨਹੀਂ ਬਣਦੇ। ਕਿਉਂ? ਕਿਉਂਕਿ ਅਸੀਂ ਆਪਣੀ ਗਲਤੀ ਕਬੂਲ ਨਹੀਂ ਕਰਦੇ, ਨਹੀਂ ਕਰਦੇ ਕਬੂਲ। ਮੈਂ ਇੱਥੇ ਗਲਤ ਹਾਂ, ਮੈਂ ਆਪਣੇ ਆਪ ਨੂੰ ਸੱਜਣ ਨਹੀਂ ਬਣਾ ਕੇ ਰੱਖਦਾ। ਗੁਰੂ ਕਹਿੰਦਾ ਤੂੰ ਠੱਗ ਹੈ, ਮੈਂ ਕਹਿੰਦਾ ਮੈਂ ਠੱਗ ਨਹੀਂ। ਮੈਂ ਗੁਰੂ ਨੂੰ ਵੀ ਇਹ ਕਹੀ ਜਾਂਦਾ। ਅਤੇ ਮੇਰੀ ਹਾਲਤ ਕੀ ਹੈ? ਸਾਪ ਕੁੰਚ ਛੋੜੈ ਵਿਖ ਨਹੀਂ ਛਾੜੈ। ਬਾਹਰਲੀ ਜਿਹੜੀ ਕੁੰਜ ਹੈ ਉਹ ਲਾ ਦਿੱਤੀ, ਪਰ ਅੰਦਰ ਜਿਹੜਾ ਜ਼ਹਿਰ ਹੈ ਉਹ ਨਹੀਂ ਛੱਡਿਆ। ਗੁਰੂ ਨਾਨਕ ਪਾਤਸ਼ਾਹ ਨੇ ਇਸ ਕਰਕੇ ਬਾਣੀ ਦੇ ਵਿੱਚ ਸਾਨੂੰ ਵਾਰ-ਵਾਰ ਇਹਨਾਂ ਗੱਲਾਂ ਤੋਂ ਸਮਝਾਇਆ
कि सिखा अपने जीवन को पवित्र कर, क्योंकि तू जेड़े कर्म कर रहा है ये कर्म उस अकाल पुरख वाहिगुरू की दरगाह तेन प्रवान नहीं कराणगे। इस करके इत्थे उदाहरणां वही दित्तियां जो सज्जन नूं समझाउण वास्ते गुरु नानक पिता महाराज ने समझाइयां सन। इत्थे भी कह रहे ने उदक माहे जैसे वग ध्यान मांडै। पानी विच खलो के जिवें बगला समाधि लांदा है, क्योंकि उसका काम है हंसा हीरा मोती चुगना बग डड्डा भालन जावे। हंस जिहड़ा मानसरोवर ते मोती चुगदा है ते जिहड़ा बगला बिरती दा है प्यार वाले उत्थे वो की करदा है, वो बग डड्डा भालन जावे, डड्डियां मच्छियां भालन वास्ते लभण वास्ते जांदा है। बड़ा ध्यान ला के बहिंदा है। एक वो ने जिहड़े हंस बिरती दे मालक ने गुर सागर रतनी भरपूरे अमृत संत चुगै नहीं दूरे। हर रस चोग चुगै प्रभ भावैं सरवर में हंस प्राणपत पावैं। पर दूजे पासे क्या वग वपड़ा छपड़ी नाहे कीचड़ डूबे मैल ना जाए। ऐसी ऐसी हालत जिहड़ी शब्द विच भगत नामदेव जी बयान कर रहे हैं। कहते इदां दा जीवन है। और किस तरह जो अंदर तृष्णा है वो तो तू छड्डी नहीं है, अंदर दा ये जहर तो छड्डिया नहीं है। बाहरों भेक बनाउण नाल अखां मीटन नाल तैनू कोई आत्मिक लाभ की प्राप्ति नहीं होनी। कई बारी आपां भी अखां बंद करके बह जाते, जिहड़े लोग आके देखते कहते भी बड़ी समाधि ला के बहिंदा है। कई बारी आपां भी कोई बाहरों धार्मिक भेक बना लें, असी बड़े प्रभावित होंदे हैं, बड़ा धार्मिक है। महाराज कहते धार्मिक भेक बनाउण दा अखां बंद करके बैठन दा भगत नामदेव जी कहते सिखा कोई लाभ नहीं। तेरी आत्मा नूं कोई लाभ नहीं जे तू तृष्णा नूं नहीं छड्डिया, अपने अंदर दे विख नूं नहीं छड्डिया, बुराइयां नूं नहीं त्यागिया। इसका अर्थ है धार्मिक भेक बनाउण दा तां लाभ है जे अपने अंदरों असी तृष्णा छड्ड दईए, अंदर दी ये विख छड्ड दईए, काम क्रोध लोभ मोह हंकार नूं त्याग दईए, बुराइयां नूं त्याग दईए, मेर तेर नूं जीवन चों समाप्त कर लईए, फिर तां लाभ है। मैनूं ये कड़ा दसे कि तू हत्थ 'च कड़ा पाया है, तू कर्म कांडी नहीं हो सकता, तू विखावा नहीं कर सकता, तू किते होर भरमां विच नहीं पै सकता। गुरु ने सानू जो कुछ दिता भरमां चों कढिया। अज गुस्ताखी माफ़ करना, सिख ने कड़ा भी पाया हुंदा नाल मुल्ली भी बनी हुंदी है। सिख ने कड़ा भी पाया नाल काला धागा भी बनिया होया। किस पासे जा रहे असीं? जिस करके गुरु ने ये दिता अज वो नहीं। अज देखते हैं सिखां दे घरां दे अंदर अज सनी मंगन लोग आउंदे ने, असीं सनी दा दान पाउंदे हाँ। देखो ना, गुरु साहब ने जो 5 ककार दिते, इन्हां पिछों हर एक दे विचों फिलोसफी लुकी हुई है। सानू ये गल्लां हर वेले सुचेत करन वास्ते गुरु साहब ने साडे शरीर का अंग ही बना दित्तियां सन। ये एवें नहीं हैं, इनू करतब गुर भगती कहते हैं। जितने ककार ने ना 5 ककार, ये करतब गुर भगती विचों आउंदे ने। और यही कारण सी कि सिखां नूं कोई मुका नहीं सकिया, क्योंकि सिख जिहड़े सन वो गुरु दे दिते हुए ककारां नूं ਵੱਡਾ समझते सन। संसार के कर्म कांड पाखंडां नूं एक पासे समझते सन भी ये साडे वास्ते कोई असर नहीं पा सकते। पर अजोका सिख उल्टा हो गया भी ककार पाउण तो बाद भी कई बारी ये भरम, कदी ये पीरां ते जाके चादरां चढ़ांदा फिरदा है, कदी ये जो कड़ा पा के वो कर्म कांड कर रहा हुंदा जिसनूं रोकिया सी। फिर कहंदा की फर्क पैंदा है, सारियां दा सत्कार करना चाहिए। असी जो इन्हां चीज़ों नूं फिर सत्कार नाल जोड़ दिंदे भी सारियां दा सत्कार करना चाहिए। कोई सनी मंगन आ गया, चलो 1 रुपया तेल च पाता, फिर की होया? गल ये नहीं, गल तां तेरी सिक्खी दे सिद्धांत ते असूलों ते सट बज रही है।
ਭਗਤ ਨਾਮਦੇਵ ਜੀ ਕਹਿੰਦੇ ਜੇ ਤੂੰ ਅੰਦਰੋਂ ਤ੍ਰਿਸ਼ਨਾ ਨਹੀਂ ਛੱਡੀ ਤਾਂ ਬਾਹਰੋਂ ਭੇਖ ਬਣਾਇਆ ਧਾਰਮਿਕ ਹੋਣ ਦਾ। ਇਹਦਾ ਅਰਥ ਹੈ ਜੇ ਅੱਜ ਅਸੀਂ ਪੰਜ ਕਕਾਰੀ ਵਰਦੀ ਪਾਉਂਦੇ ਹਾਂ, ਧਾਰਮਿਕ ਭੇਖ ਧਾਰਨ ਕੀਤਾ ਹੈ। ਔਰ ਪਿਆਰਿਓ, ਅਸੀਂ ਜੇ ਪਾਠ ਕਰਦੇ ਹਾਂ ਅਤੇ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਬਾਣੀ ਸੁਣਦੇ ਹਾਂ, ਕਈ ਵਾਰੀ ਸਾਡੀ ਅੱਖਾਂ ਬੰਦ ਹੋ ਜਾਂਦੀਆਂ ਅਤੇ ਅੱਖਾਂ ਮੀਟ ਕੇ ਰੱਖਣ ਦਾ ਇਹ ਲਾਭ ਹੋਣਾ ਚਾਹੀਦਾ ਕਿ ਤ੍ਰਿਸ਼ਨਾ ਮਿਟਣੀ ਚਾਹੀਦੀ ਹੈ। ਪਰ ਜੇ ਤ੍ਰਿਸ਼ਨਾ ਨਹੀਂ ਮਿਟ ਰਹੀ, ਜੇ ਅੰਦਰੋਂ ਬੁਰਾਈਆਂ ਨਹੀਂ ਜਾ ਰਹੀਆਂ, ਅਤੇ ਸਾਧੂ ਕਹਿੰਦੇ ਇਹਨਾਂ ਧਾਰਮਿਕ ਲਿਬਾਸ ਧਾਰਨ ਦਾ ਜਾਂ ਇਹ ਭੇਖ ਬਣਾਉਣ ਦਾ ਦੱਸ ਤੈਨੂੰ ਲਾਭ ਕੀ ਹੋਇਆ। ਜੋਗੀਆਂ ਦੇ ਕੱਪੜੇ ਪਾਏ ਪਰ ਜੁੜ ਹੀ ਨਹੀਂ ਸਕਿਆ, ਫਿਰ ਕੀ ਫਾਇਦਾ। ਫਿਰ ਤਾਂ ਨਿਰਾ ਕਰਮ ਕਾਂਡ ਹੀ ਹੈ ਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਕੋਟ ਤੀਰਥ ਮਜਨ ਇਸਨਾਨਾ ਇਸ ਕਲਮੈ ਮੈਲ ਭਰੀਜੈ ਤੇ ਰਾਮ ਨਾਮ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਅਸੀਂ ਗੁਣ ਗਾ ਕੇ ਨਿਰਮਲ ਕਰਨਾ ਹੈ। ਅਸੀਂ ਜਿਹੜੇ ਬਾਹਰ ਦੇ ਕਰਮ ਕਰਾਂਗੇ ਤੇ ਆਪਣੇ ਆਪ ਨੂੰ ਹੋਰ ਮੈਲਾ ਕਰ ਲਵਾਂਗੇ। ਫਿਰ ਭਗਤ ਨਾਮਦੇਵ ਜੀ ਕਿਰਪਾ ਕਰ ਰਹੇ ਨੇ, ਆਖਣ ਲੱਗੇ ਸਿੰਘਚ ਭੋਜਨ ਜੋ ਨਰ ਜਾਣੈ ਐਸੇ ਹੀ ਠਗ ਦੇਵ ਬਖਾਣੈ। ਜੋ ਮਨੁੱਖ ਜ਼ੁਲਮ ਵਾਲੀ ਰੋਜੀ ਹੀ ਕਮਾਉਣ ਨਹੀਂ ਜਾਣਦਾ ਹੈ। ਇਹ ਗੱਲਾਂ ਧਿਆਨ ਦੇਣ ਵਾਲੀਆਂ ਸ਼ਬਦ ਦੇ ਵਿੱਚ। ਸਿੰਘਜ ਦਾ ਅਰਥ ਹੈ ਸ਼ੇਰ ਵਾਲਾ ਸੁਭਾਅ, ਸਿੰਘ ਵਾਲੀ ਬਿਰਤੀ। ਇੱਥੇ ਸਿੰਘ ਪੋਜੀਟਿਵ ਨਹੀਂ ਹੈ, ਇੱਥੇ ਸਿੰਘ ਨਿਰਦੈਤਾ ਦਾ ਨਾਮ ਹੈ। ਸਿੰਘ ਕਿਸੇ ਦੇ ਉੱਤੇ ਦਇਆ ਨਹੀਂ ਕਰਦਾ ਜੀਵ ਦੇ ਉੱਤੇ। ਸਿੰਘ ਦੇ ਦੋ ਸੁਭਾਅ ਗੁਰਬਾਣੀ 'ਚ ਆਉਣਗੇ। ਇੱਕ ਸਿੰਘ ਸ਼ੇਰ ਵਾਲਾ ਸੁਭਾਅ ਭਾਵ ਕਿ ਬਹਾਦਰੀ ਵਾਲਾ, ਇੱਕ ਸੁਭਾਅ ਆਏਗਾ ਕਿ ਉਹ ਜੀਵਾਂ 'ਤੇ ਦਇਆ ਨਹੀਂ ਕਰਦਾ, ਅੰਦਰ ਨਿਰਦੈਤਾ ਹੈ, ਤਰਸ ਨਹੀਂ ਆਉਂਦਾ ਉਹਨੂੰ। ਇੱਥੇ ਤਰਸ ਨਾ ਆਉਣ ਵਾਲਾ ਸੁਭਾਅ। ਕਹਿੰਦੇ ਤੂੰ ਕੀ ਕਰਦਾ ਹੈ ਕਿ ਮਨੁੱਖਾਂ ਦੇ ਉੱਤੇ ਜ਼ੁਲਮ ਕਰਕੇ ਆਪਣੀ ਰੋਜੀ ਕਮਾਉਂਦਾ ਹੈ, ਤੂੰ ਤਰਸ ਨਹੀਂ ਕਰਦਾ। ਤੁਸੀਂ ਦੇਖਿਆ ਨਾ ਪਿੱਛੇ ਜਦੋਂ ਔਖਾ ਸਮਾਂ ਆਇਆ ਅਤੇ ਲੋਕਾਂ ਨੇ ਲਾਸ਼ਾਂ ਦੇ ਉੱਤੇ ਵੀ ਪੈਸੇ ਕਮਾਏ। ਕੋਈ ਤਰਸ ਨਹੀਂ ਹੈ ਕਿ ਕਿਸੇ ਘਰ ਦਾ ਜੀ ਚਲਾ ਗਿਆ। ਵੈਸੇ ਹੀ ਘਰ ਦੇ ਵਿੱਚ ਬੜਾ ਔਖਾ ਸਮਾਂ ਹੈ ਅਤੇ ਇੱਕ ਗੁੜਗਾਵਾਂ ਤੋਂ ਇੱਕ ਵੈਨ ਲੈ ਕੇ ਪੰਜਾਬ ਗਿਆ ਸੀ, 1,03,000 ਦਾ ਬਿੱਲ ਬਣਾ ਦਿੱਤਾ। ਕੋਈ ਤਰਸ ਨਹੀਂ ਆਇਆ ਵੀ ਘਰ ਦਾ ਜੀ ਚਲਾ ਗਿਆ ਜੋ ਕਮਾਉਣ ਵਾਲਾ ਸੀ, ਉੱਪਰੋਂ 1,03,000 ਦਾ ਬਿੱਲ। 1-1 ਰੁਪਏ ਦੀ ਦਵਾਈ 5-5 ਹਜ਼ਾਰ ਦੀ ਵਿਕ ਰਹੀ ਹੈ। 30-30 ਰੁਪਏ ਦੀ ਦਵਾਈ ਦੀਆਂ ਸ਼ੀਸ਼ੀਆਂ 10-10 ਹਜ਼ਾਰ ਦੀ ਵਿਕ ਰਹੀਆਂ ਨੇ। ਜਿਹੜਾ ਟੀਕਾ 60 ਰੁਪਏ ਦਾ ਮਿਲਦਾ ਹੈ ਉਹ ਜੋ 1 ਲੱਖ ਦਾ ਵਿਕਿਆ। ਤਰਸ ਨਹੀਂ ਹੈ ਬਿਲਕੁਲ ਵੀ। ਮੈਂ ਤਾਂ ਹੈਰਾਨ ਹੁੰਦਾ ਉਹਨਾਂ ਲੋਕਾਂ ਨੇ ਮਨੁੱਖਤਾ ਦੇ ਉੱਤੇ ਇਸ ਤਰ੍ਹਾਂ ਰੋਜੀ ਕਮਾਈ ਕਿ ਉਹਨਾਂ ਨੂੰ ਆਪਣੇ ਮਰਨ ਦਾ ਭੈ ਨਹੀਂ ਹੈ ਕਿ ਉਸ ਕਿਰਤ ਦੇ ਨਾਲ ਉਹ ਖੁਸ਼ਹਾਲੀ ਪ੍ਰਾਪਤ ਕਰ ਲੈਣਗੇ। ਹੋ ਸਕਦਾ 4 ਮੰਜ਼ਿਲ ਜ਼ਿਆਦਾ ਬਣਾ ਲੈਣ, ਘਰ ਵੱਡੇ ਲੈ ਲੈਣ, ਗੱਡੀਆਂ ਵੱਡੀਆਂ ਆ ਜਾਣ, ਪਰ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਸ਼ਾਂਤੀ ਆਏਗੀ, ਹਿਰਦੇ ਦੇ ਅੰਦਰ ਟਿਕਾਓ ਆਏਗਾ। ਜ਼ੁਲਮ ਤਾਂ ਵਾਰ-ਵਾਰ ਜੋ ਕੀਤਾ ਲੋਕਾਂ ਦੇ ਉੱਤੇ, ਉਹ ਤਾਂ ਸਤਾਉਂਦਾ ਹੀ ਹੈ ਨਾ ਅੰਦਰੋਂ ਵੀ ਮੈਂ ਚੰਗਾ ਨਹੀਂ ਕੀਤਾ, ਵੀ ਮੈਂ ਮਨੁੱਖਤਾ ਨੂੰ ਗਲਤ ਤਰੀਕੇ ਨਾਲ ਵਰਤਿਆ। ਭਗਤ ਨਾਮਦੇਵ ਜੀ ਕਹਿੰਦੇ ਨੇ ਸਿੰਘਚ ਭੋਜਨ ਜੋ ਨਰ ਜਾਣੈ। ਜੋ ਮਨੁੱਖ ਜ਼ੁਲਮਵਾਦੀ ਰੋਜੀ ਕਮਾਉਣੀ ਜਾਣਦਾ ਹੈ। ਸਿੱਖ ਨੂੰ 10 ਨੋਹਾਂ ਦੀ ਕਿਰਤ ਵਾਸਤੇ ਪ੍ਰੇਰਨਾ ਕੀਤੀ। ਨਾਸ ਕੱਲ੍ਹ ਵੀ ਸ਼ਾਇਦ ਜ਼ਿਕਰ ਕਰਿਆ ਸੀ, ਮਲਕ ਭਾਗੋ ਦੀ ਰੋਟੀ ਪ੍ਰਵਾਨ ਨਹੀਂ ਕੀਤੀ। ਬਾਬਾ ਨਾਨਕ ਨੇ ਭਾਈ ਲਾਲੋ ਦੀ ਰੋਟੀ ਨੂੰ ਪ੍ਰਵਾਨ ਕੀਤਾ ਕਿਉਂਕਿ ਉਹ 10 ਨੋਹਾਂ ਦੀ ਹੈ। ਪਰ ਮਲਕ ਭਾਗੋ ਕਿਉਂਕਿ ਚੌਧਰੀ ਹੈ, ਕੋਈ ਕੰਮ ਕਰਨ ਆਉਂਦਾ ਹੈ ਉਹਦੀ ਦਿਹਾੜੀ ਨਹੀਂ ਦਿੰਦਾ। ਕਿਸੇ ਦੇ ਪੈਸੇ ਕਿਸੇ ਕਾਰਨ ਛੋਟੀ ਮੋਟੀ ਗਲਤੀ ਹੋਈ, ਤੇਰੇ ਜਾਂ ਪੈਸੇ ਨਹੀਂ ਦੇਣੇ, ਜੋ ਕਰਨਾ ਕਰ ਲੈ। ਹੁਣ ਜੀਵਾਂ ਦੇ ਉੱਤੇ ਦਇਆ ਨਹੀਂ ਹੈ। ਕਿਸੇ ਕੋਲੋਂ ਕੋਈ ਕੰਮ ਕਰਦੇ ਹਾਂ ਗਲਤੀ ਹੋ ਗਈ ਤਾਂ ਉਸਦੇ ਪੈਸੇ ਨਾ ਦੇਣੇ, ਦਿਹਾੜੀ ਰੱਖ ਲੈਣੀ,
और अपनी चौधर की अकड़ दे विच देख मैं चौधरी हाँ पिंड दा, तू की कर लैंगा मेरा। भगत नामदेव जी उन्हां गल्लां नूं खोल के साडे सामने रख रहे ने। कहंदे जिहड़ा मनुख जुलम वाली रोटी कमाउंदा है उसनूं बाबा नानक ने स्पष्ट कहा कि हक पराया नानका उस सुअर उस गाय गुर पीर हामा तां भरै जा मुरदार ना खाए। मुरदार का अर्थ है पराया हक। जे ना खावें तो गुरु ने तां तेरी हामी भरनी है। मैं पराया हक खांदा रवां, गुरु नानक ने हामी नहीं भरनी। रब ने पूछना दसो गुरु नानक पातशाह जी, गुरु नानक ने कहना इसने मेरा हुक्म नहीं मन्निया। मैं तो आख्या सी पराया हक ना खा, पूरी जिंदगी खांदा रहा। नहीं प्रवान करना अकाल पुरख वाहिगुरू ने सानू, क्योंकि कई बारी मनुख अपनी पद पदवी के नशे दे विच अपने तो छोटिਆਂ ਦੇ उत्ते अत्याचार करता है। तू दो पैसे किते ठग लाएगा, किसी ਨੂੰ धोखा दे लाएगा, किसी की माया रख लाएगा, फिर की रब की दरगाह भी तैनूं लेखा नहीं देना कि वाहिगुरू जी का तैनूं कोई डर नहीं, गुरु के सिद्धांतां दा तैनूं कोई भी खौफ नहीं भी गुरु साहब ने किहड़ा सिद्धांत मैनूं समझाया। सिख होण दे नाते प्यार वालिओ सानूं गुरु साहब के सिद्धांतां नूं अगे रखना पएगा भी मेरे सतगुरु के सिद्धांत की ने, मेरे सतगुरु की विचारधारा की है। मैं किसी भी पदवी ते बैठा होवां पर मैनूं गुरु नानक चेते रहे। हुण तुसीं देखो ना साडा समाज दे विच होना ते ये चाहिदा सी भी एक टीचर सरकारी स्कूल च पढ़ा के 70,000 80,000 तनख्वाह लैंदा है पर वो ईमानदारी नाल पढ़ाए। उत्थे घट पढ़ांदा है, ट्यूशन रख के उत्थे वध पढ़ांदा है, पैसे कमाउंदा है। सरकारी डॉक्टर है उत्थे जाके इलाज सही नहीं करता, प्राइवेट क्लीनिक दे विच जाके हुणे पंजाब च कल दी गल एक फड़िया गया, तनख्वाह सरकार तो भी लैंदा है ते अपना प्राइवेट क्लीनिक चलांदा, उत्थे लोकां नूं कहंदा उत्थे आ जाओ। कि इन्हां चीज़ां नूं प्रवान करना। मैं बेनती करां जे सानूं कोई रब ने कर दित्ती, सानूं कोई हुनर दिता, कई बारी संगत विचों लोड़वंद आ जाते हैं भी ये प्रोग्राम करना, दास यतन करता भी उन्हां दे प्रोग्राम दे विच जितना सौखे ढंग दे नाल हो जाए, उन्हां दे जेब ते बोझ ना पए, वो काम करना चाहिए। ये नहीं मारो मार नहीं होनी चाहिए, पर असीं तां गुरुद्वारियां विच ही नहीं छड्डदे। किसी दी गरीबी, किसी दे जीवन नूं असीं ये नहीं देखते भी कोई लोड़वंद है, जरूरतमंद है भी वो नहीं कर सकता, मन की इच्छा है, जे आपां वो काम फ्री भी कर देवांगे फिर की फर्क पैंदा है? सेवा है ना। देखो ये सारिया चीज़ां अज हो की रहा समाज के अंदर। एक डॉक्टर उत्थे ईमानदारी नाल अपनी डॉक्टरी ना करके सगों कोई बंदा एक्सीडेंट होके आया तो उस वेले डरा दिंदा है, सगों उस वेले हौसला देना चाहिए सी परिवार नूं भी, उस बंदे नूं भी मैं तैनूं बिल्कुल ठीक करके भेजांगा, कोई डरन की लोड़ नहीं, ज़्यादा पैसा खर्च नहीं होएगा। उस वेले बंदा डरा दिंदा, ये हो गया, ये ऑपरेशन होना है, ये ऑपरेशन होना है, बंदा उस वेले घबरा जाता है, बिल्कुल दया नहीं करता। किडनियां कढ़ के बेचण दे उत्ते कोई तरस नहीं करता, लोगों की किडनियां कढ़ बेची जाता है। अज देखते ना जिस पद पदवी नूं लोग रब तो बाद दूजा दर्जा डॉक्टर नूं दिंदे सन, पर अजोका हाल तुसीं वेख लो। ये एक वास्ते नहीं है, ये सारियां वास्ते भगत नामदेव जी किरत की गल कर रहे हैं। जितनी भी किरत कोई भी किसी ढंग नाल कर रहा है, सारियां नूं ईमानदारी की किरत करने वास्ते प्रेरणा कर रहे हैं भगत जी। सिंगच भोजन जो नर जाना ऐसे ही ठग देव बखाना है। आखन लगे जेड़ा जुलम वाली रोजी कमाउंदा है, बाहरों अखां मीटदा है, समाधि लाई बैठा है, वैसे धार्मिक भी बना फिरदा है, पर जगत ऐसे बंदे नूं बड़ा ठग कहंदे ने, उन्होंने साधु नहीं कहते, वो बड़ा ठग है। ताई भगत कबीर साहब नूं आखना पिया सी, कहंदे ओए हर के संत ना आखियां बाना रस के ठग, क्योंकि लोगों को ठग रहे सन। कोई निंदा नहीं कर रहे भगत कबीर साहब जी, एक सच बयान कर रहे हैं भी वो हरि दे संत नहीं अखवा सकते, वो बनारस दे ठग ने, लुटेरे ने, जो जीवन उत्ते दया ते तरस नहीं कर रहे। इत्थे भी भगत जी कहते हैं कि बाहरों अखां मीट के बहंदा है, समाधि लाई बैठा है, पर जगत दे विच ऐसे बंदे नूं केवल बड़ा ठग ही कहा जाता है, जिहड़ा कि अपनी अकड़ विच या जुलम वाली विरती बना के रोजी रोटी कमाउंदा है। इसदा अर्थ रोजी रोटी भी आपां इस ढंग दे नाल नहीं कमाउणी।
और इसका बड़ा कारण ये साड़ी रोजी दे विच जे ठगी शुरू होती है उसका एक कारण है क्योंकि असीं घर जाके नहीं दसदे। ये 7-8 साल पहली गल है कि एक बंदा सिख जिहड़ा है वो किसी कंपनी नाल जुड़िया तो उन्हों का काम सी लोगों नूं ठगना, विदेश के नाम पर ठगी करनी भी तुहानूं बाहर भेज देंगे। एक शहर दे विच कुछ दिन काम करते सन, जदों 1-2 करोड़ रुपए लोगों के ठग लैंदे सन, अपना सब कुछ बंद कर जाते सन, दफ्तर बंद कर जाना, सब कुछ बंद कर जाना। कभी बॉम्बे किया, कभी कलकत्ते विच, कभी चेन्नई विच किया, वो दिल्ली विच कर रहा सी। एक दिन वो बंदे ने बंगला साहब आया, कथा सुनी, गुरसिख सी और बड़ा खुश होंदा सी ठगी मार के। एक प्रचारक वीर ने उन्होंने पूछा भी तू की किरत करना है। वो कथा सुनी तो मिलन वास्ते आ गया भी तेरी किरत की है, तो उन्हें सच दस दिता ये मेरी किरत है भी मैं एक कंपनी के थ्रू असी जुड़े हुए हाँ, साडा एक गैंग है, असी लोगों को बाहर के नाम पर लुटते हाँ। जदों एक शहर के विच असी चंगी तरह 2-3 करोड़ रुपए कमा लें, फिर दूजा शहर चले जाते हैं, अपने फ़ोन नंबर सारा कुछ चेंज कर दें, इस तरह असी ठगी करते हैं। उस प्रचारक वीर ने कहा कि तू अपनी पत्नी नूं, अपने बच्चों नूं दस्सिया भी तू ये काम करना है? कभी उन्होंने दस्या भी मैं ये काम करदा, मैं ठगी मार के थानू रोटी खुलाना है? कभी दस्या तू जाके? कहना नहीं। कि दस सकेगा? कहते जे कहते वो प्रचारक गुरसिख ने कहा जे तू ये गल अपनी पत्नी नूं नहीं दस सकदा, अपने बच्चों नूं नहीं दस सकदा, तो गुरु की हजूरी विच किवें सुरखरू होएगा? गुरु किवें तैनूं प्रवान कर लाएगा? जिहड़ा बंदा अपनी किरत नूं अपने बच्चों में आके नहीं दस सकदा, वो होर कित्थे बयान करेगा? उस दिन फिर उसनूं एहसास होया भी हाँ जो मैं किया गलत किया। उन प्रचारक वीर ने बेनती की जो किया इनू छड्ड के ना भावें छोटी नौकरी कर लै, अपना कोई काम खोल लै, पर 10 नूहां दी किरत कर, क्योंकि जिहड़ी ये जुल्म वाली तेरी बिरती करके जो रोटी कमा रहे हैं ना, ये परिवार नूं सुखी नहीं रख सकती। हर रोज़ तेरे परिवार च रोग रहणगे, कलेश रहेगा, झगड़ियां का जन्म होएगा, बीमारियां पैदा होणगियां, तू कभी सुखी नहीं रह सकता। किसी नूं आपां दुख दे के या दुखी रख के आपां सुखी नहीं हो सकते। गुरबाणी का ये फरमान पाई गुरदास जी कहते ने, कहते कर बुरा ते हो बुरा, अंत बुरे का बुरा, कर भला ते हो भला, अंत भले का भला। इस करके भले वाली वृत्ति अपनानी चाहिए है। फिर भगत जी कहते ने, नामे के स्वामी लाए ले झगड़ा, हे नामदेव तेरे मालक प्रभु ने तेरे अंदरों ये पाखंड वाला जिहड़ा झगड़ा सी ना, ये मुका दिता है। जिहड़ा मैं पाखंड करदा सी, क्योंकि जो पाखंड अंदर चलता, अंदर एक झगड़ा चलता है। आत्मा मना करती है, मन कहता है, किसी को कोई पता थोड़ी चल रहा है। आपस में तकरार होंदी है, आपस में हिरदे विच झगड़ा चलता है, कलेश पैदा होंदा है अंदर। मन कहता है, कहते कर ले, किसी ने वेखना थोड़ी है, पर आत्मा कहती है, जमीर कहता बंदे का नहीं कर, तो वो आपस में झगड़ा है। भगत नामदेव जी कहते, मेरे प्रभु ने, मेरे वाहिगुरु जी ने मेरे अंदरों ये पाखंड वाला झगड़ा ही मुका दिता। हुण पाखंड जीवन च कोई रह ही नहीं गया, मैं पाखंड छड़ दिता है। राम रसायन पियो रे दगरा। दगरा जिहड़ा है ये मराठी का शब्द है, और दगरे का अर्थ हुंदा पत्थर। हे पत्थर चित मनुख राम रसायन पियो, इत्थे रुकना। रे दगरा, रे का अर्थ है हे, दगरा का अर्थ है पत्थर चित। हे पत्थर चित मनुख राम रसायन पियो, परमात्मा के नाम का रस पी, ये पाखंड छड़ दे जीवन चो, आओ कि उसे मनुख की बंदगी थां पै सकती है जो रोजी कमाण दे लई कोई छल कपट नहीं करता, किसी का हक नहीं मारदा। वो जिहड़ा बाहरों पाखंड करके और धार्मिक लिबास पा के जिहड़ा बाहरों कर्मकांडी या पाखंडी बन के धर्म नूं नहीं कमांदा, जिहड़ा अंदरों ते बाहरों एक है, उसका जीवन, उसकी बंदगी, उसके कर्म, उसकी पाठ पूजा उसदे थाएं पैंदे ने। जिहड़ा बाहरों कुछ होर अंदरों कुछ होर, जिहड़ा पाखंडी जीवन जिउंदा है, उसदे धर्म कर्म प्रवान नहीं हुंदे। इस तरह की विचार अज दे शबद विच भगत नामदेव जी ने साडे समक्ष रखी है। इस करके एक पंक्ति कह के समाप्ति है। गुरु रामदास महाराज के वचन ने,
महाराज कहते सेवक सिख पूजन सब आमै सब गामै हर हर उत्तम बाणी गाविया सुनिया तिनका हर थाएं पावै जिन सतगुर की आग्या सत सत कर मानी। गुरु की आग्या नूं सत करके मन लवांगे फिर साडे जीवन च खुशहाली है, साडे जीवन च आनंद है। फिर सानू कोई विखावा करन दी लोड़ नहीं, किसी नूं दिखाण दी लोड़ नहीं भी असीं धर्मी हाँ। क्योंकि जिहड़ा धर्मी बन जाता है वो तो कबीर साहब वांग कह दिंदा है, कह कबीर अब जानिया जब जानिया तो मन मानिया मन माने लोग ना पतीजै ना पतीजै तो क्या कीजै। इतनी को बेनतियां प्रवान। धन्यवाद सारिਆਂ ਦਾ जी आयां ਨੂੰ फतेह दी सान करो। आखो जी वाहिगुरु जी का खालसा वाहिगुरु जी की फतेह। साध संगत प्रति बेनती है, कल शनिवार का हफ्तावारी दीवान गुरुद्वारा साहब दे विच 6:30 बजे तो लैके 9 बजे तक सजणगे। 6:30 बजे तो 7 बजे तक रहरास साहब का पाठ, 7 तो 7:40 तक भाई अनमोल सिंह जी हजूरी रागी कीर्तन करनगे। 7:40 तो 8 बजे तक गुरमत विचारा होणगियां। उपरांत गुरुद्वारा साहब दे विच भाई हरनाम सिंह वो कीर्तन की हाज़री वास्ते पहुँच रहे हैं। वध चढ़ के हाज़रियाँ भरनियाँ जी। इतनियां बेनतियां प्रवान करो, फतेह दी सान करो। आखो जी वाहिगुरु जी का खालसा वाहिगुरु जी की फतेह।